ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰ ਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ ਨਿਜ ਕੁਟੰਬ ਜੁਤ ਪਾਉ ਜਲ ਤਰੈ ਜਿਮ ਗੋਂਦੇ ਗੁਰ ਅੰਗਦ ਪਾਸ ਪੂਰਬ ਕਰੀ ਹੁਤੀ ਅਰਦਾਸ ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ ਨਿਜ ਕੁਟੰਬ ਜੁਤ ਪਾਉ ਜਲ ਤਰੈ ਜਿਮ ਗੋਂਦੇ ਗੁਰ ਅੰਗਦ ਪਾਸ ਪੂਰਬ ਕਰੀ ਹੁਤੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਗੁਰੂ ਗਰੀਬ
नवाज 10 पातशाहियों जी के पावन पवित्र स्वरूप करुणा निधान धन धन साहिब आदि श्री गुरु ग्रंथ साहिब जी सच्चे पातशाह सतगुਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਕਲਯੁਗ ਦੇ ਅੰਦਰ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਪਰਮੇਸ਼ਰ ਨੇ ਇਹ ਪਾਵਨ ਪਵਿੱਤਰ ਘੜੀਆਂ ਦਾ ਸੰਯੋਗ ਸਾਨੂੰ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਨੇ ਮਨੁੱਖਾ ਦੇਹੀ ਜਥਾ ਸਾਨੂੰ ਬਖਸ਼ਿਸ਼ ਕੀਤੀ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਤਨ ਚੇਤਨ ਚੇਤਨ ਚੇਤ ਦਿਓ ਨਹਿ ਭੋਗਨ ਹੇਤ ਗੋਬਿੰਦ ਦਿਓ। ਪਰਮੇਸ਼ਰ ਨੂੰ ਧਿਆਉਣ ਵਾਸਤੇ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ। ਬੜੇ ਸ਼੍ਰੇਸ਼ਟ ਕਰਮਾਂ ਦਾ ਫਲ ਆਪ ਮਾਈ ਭਾਈ ਸੰਗਤਾਂ ਪਿਛਲੇ ਬਹੁਤ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਚੋਜੀ ਪ੍ਰੀਤਮ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤ ਵਡਿਆਈ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰ ਸ਼ਰਵਣ ਕਰਦੇ ਹੋ। ਜਥਾ ਪ੍ਰਸੰਗ ਆਪਾਂ ਪਿਛੇ ਦੀ ਬਾਣ ਵਿੱਚ ਸੁਣਿਆ ਵਿਚਾਰਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਤਿਗੁਰਾਂ ਦੇ ਪਾਸ ਬੇਅੰਤ ਜੀਵ ਸੁਖ ਦੀ ਪ੍ਰਾਪਤੀ ਕਰਦੇ ਹੈ। ਚਾਹੇ ਉਹ ਸਰੀਰ ਦੇ ਕਮਜ਼ੋਰ ਬਿਮਾਰੀ ਦਾ ਕੋਈ ਵਿਆਕੁਲ ਹੈ, ਕੋਈ ਕੋੜਾ ਹੈ, ਤੇ ਚਾਹੇ ਕੋਈ ਮਨ ਦੇ ਰੋਗਾਂ ਤੋਂ ਦੁਖੀ ਹੈ, ਚਾਹੇ ਕੋਈ ਧਨ ਸੰਪਦਾ ਤੋਂ ਦੁਖੀ ਹੈ, ਵਿਭੂਤੀ ਤੋਂ ਦੁਖੀ ਹੈ। ਜੋ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ। ਜਿਹੜਾ ਵੀ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਪਾਸੋਂ ਉਸੇ ਨੂੰ ਮਨ ਵਾਂਛਿਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਤੋ ਇੱਕ ਮਹਾਰਾਜ ਦਾ ਬਚਨ ਹੈ ਕਿ ਮਾਏ ਮੁੰਡਾ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਉਹ ਗੁਰੂ ਕਿਹੋ ਜਿਹਾ ਜਿਹਦੇ ਤੋਂ ਆਪਣੇ ਸਿੱਖ ਚੇਲੇ ਦਾ ਭਰਮ ਹੀ ਨਾ ਜਾਏ। ਇਸ ਤਰ੍ਹਾਂ ਇੱਕ ਖੇੜਾ ਨਾਮ ਦਾ ਬ੍ਰਾਹਮਣ ਤੋ ਸੋਇਨੀ ਜੀ ਦੀ ਜਾਤ ਅੱਲ ਹੈ। ਇਹਨੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦੀ ਸਿਫਤ ਬਹੁਤ ਸੁਣੀ ਤੇ ਉਸ ਤਰ੍ਹਾਂ ਇਹ ਦੁਰਗਾ ਦਾ ਉਪਾਸ਼ਕ ਸੀ, ਦੇਵੀ ਨੂੰ ਮੰਨਦਾ ਹੈ। ਸਾਲ ਵਿੱਚ 2 ਵਾਰੀ ਦੁਰਗਾ ਦੇ ਦਰਸ਼ਨਾਂ ਨੂੰ ਇਹ ਜਾਂਦਾ ਸੀ। ਔਰ ਬੜੇ ਸ਼ਰਧਾਲੂ ਜਿਹੜੇ ਦੁਰਗਾ ਦੇ ਹੈ ਦੇਵੀ ਉਪਾਸ਼ਕ ਉਹ ਸਾਰੇ ਦੇ ਨਾਲ ਜਾਂਦੇ ਸੀ ਯਾਤਰਾ ਕਰਨ। ਇੱਕ ਵਾਰੀ ਜਦੋਂ ਇਹ ਦੁਰਗਾ ਦੇਵੀ ਦੇ ਸਥਾਨ ਤੇ ਜਾ ਰਿਹਾ, ਗੋਇੰਦਵਾਲ ਸਾਹਿਬ ਬੜਾ ਕੀਤਾ ਰੁਕੇ ਹੈ। ਉਹ ਨਾਲ ਦੇ ਤਾਂ ਉੱਥੇ ਰੁਕ ਗਏ। ਇਹ ਬ੍ਰਾਹਮਣ ਖੇੜੇ ਨੇ ਵਿਚਾਰ ਕੀਤੀ ਵੀ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਸਿਫਤ ਸੁਣੀ ਹੈ ਤੇ ਕਿਉਂ ਨਾ ਮਹਾਰਾਜ ਦੇ ਦਰਸ਼ਨ ਕਰ ਚੱਲੀਏ। ਵੀ ਆਏ ਤਾਂ ਹੈ ਹੀ ਆ। ਜਦੋਂ ਦਰਸ਼ਨ ਕਰਨ ਵਾਸਤੇ ਗਿਆ ਸਿੱਖਾਂ ਨੇ ਆਖਿਆ ਕਿ ਮਹਾਰਾਜ ਦਾ ਹੁਕਮ ਹੈ, ਗੋਇੰਦਵਾਲ ਸਾਹਿਬ ਦੀ ਮਰਿਆਦਾ ਹੈ,
ਵੀ ਪਹਿਲਾਂ ਪੰਗਤ ਕਰੋ, ਲੰਗਰ ਛਕੋ, ਫਿਰ ਦਰਸ਼ਨ ਹੁੰਦੇ ਮਹਾਰਾਜ ਦੇ। ਬ੍ਰਾਹਮਣ ਜੀ ਇਹ ਸੁਣ ਕੇ ਤੇ ਸੰਸ਼ੇ 'ਚ ਪੈ ਗਏ ਵੀ ਮੈਂ ਤਾਂ ਕਿਸੇ ਦੇ ਹੱਥ ਦਾ ਬਣਿਆ ਭੋਜਨ ਛਕਦਾ ਨਹੀਂ, ਤੇ ਗੁਰੂ ਕੇ ਲੰਗਰ ਵਿੱਚ ਖਰੇ ਕਿੰਨੇ ਨੀਵੀਂ ਉੱਚੀ ਜਾਤ ਦੇ ਲੋਕ ਤੁਰੇ ਫਿਰਦੇ ਐ। ਕਿਉਂਕਿ ਮਹਾਰਾਜ ਦੇ ਦਰ ਨਹੀਂ ਨਾ ਹਟਕ ਸੀ ਕੋਈ ਵੀ, ਜਿਹੜੀ ਮਰਜ਼ੀ ਜਾਤ ਦਾ ਕੋਈ ਨੀਵਾਂ ਉੱਚਾ ਜੋ ਮਰਜ਼ੀ ਸੇਵਾ ਕਰੇ। ਇਹ ਬ੍ਰਾਹਮਣ ਥੋੜੀ ਸ਼ੂਕ ਮਨਾਉਂਦੇ ਐ, ਤੇ ਇਹਨੇ ਨਫ਼ਰਤ ਜੀ ਮਹਾਰਾਜ ਦੇ ਲੰਗਰ ਤੋਂ ਕੀਤੀ। ਫਿਰ ਵਿਚਾਰ ਕੀਤੀ ਵੀ ਜੇ ਨਿਯਮ ਤੋੜਨਾ ਨਹੀਂ ਛਕਦੇ ਲੰਗਰ, ਆਪਾਂ ਦਰਸ਼ਨ ਹੀ ਨਹੀਂ ਕਰਦੇ। ਇਥੋਂ ਤੁਰਿਆ 2 ਕੋਹ ਤੇ ਜਾ ਕੇ ਉਹ ਹਨੇਰਾ ਹੋਇਆ ਗੋਇੰਦਵਾਲ ਸਾਹਿਬ ਦੇ ਲਾਗੇ, ਉੱਥੇ ਹੀ ਟਿਕ ਗਿਆ ਰਾਤ। ਅੱਧੀ ਕੁ ਰਾਤ ਪਈ ਤੇ ਉਹ ਦੁਰਗਾ ਦੇਵੀ ਜਾਂ ਕਾਲਕਾ ਕਹਿੰਦੇ ਆ ਜਿਹਨੂੰ, ਉਹਨੇ ਬੜੇ ਭਿਆਨਕ ਰੂਪ ਅੰਦਰ ਇਹਨੂੰ ਦਰਸ਼ਨ ਦਿੱਤੇ, ਬੜਾ ਡਰਾਇਆ। ਸੁਪਨੇ ਵਿੱਚ ਹੀ ਇਹ ਬ੍ਰਾਹਮਣ ਉਹ ਦੇਵੀ ਦੇ ਚਰਨੀ ਪੈਂਦਾ, ਕਹਿੰਦਾ ਵੀ ਮੈਂ ਮਾਤਾ ਤੇਰਾ ਭਗਤ ਹਾਂ ਤੇ ਮੈਨੂੰ ਤੇਰੇ ਦਰਸ਼ਨਾਂ ਤੋਂ ਡਰ ਨਹੀਂ ਆਉਣਾ ਚਾਹੀਦਾ, ਪਰ ਤੂੰ ਮੈਨੂੰ ਐਡੇ ਭਿਆਨਕ ਦਰਸ਼ਨ ਕਿਉਂ ਦਿੱਤੇ ਹੈ। ਉਹ ਦੇਵੀ ਕਹਿੰਦੀ ਹੈ ਵੀ ਠੀਕ ਹੈ ਬ੍ਰਾਹਮਣ ਖੇੜੇ, ਤੂੰ ਮੇਰਾ ਭਗਤ ਹੈ, ਪਰ ਤੂੰ ਇਹ ਕੀ ਝਲੱਤ ਮਾਰੀ ਹੈ ਵੀ ਪਰਮੇਸ਼ਰ ਅਵਤਾਰੇ ਹੋਏ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਵਾਜ਼ੇ ਤੋਂ ਹੋ ਕੇ ਤੂੰ ਮੁੜ ਆਇਆ, ਦਰਸ਼ਨ ਨਹੀਂ ਕੀਤੇ, ਇਸੇ ਕਰਕੇ ਤੇਰੀ ਇਹ ਹਾਲਤ ਹੈ। ਜੇ ਮੈਨੂੰ ਖੁਸ਼ ਕਰਨਾ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਤੇ ਫਿਰ ਛੱਡ ਉਹ ਯਾਤਰਾ ਵਿੱਚ ਹੀ ਤੇ ਹੁਣੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰ। ਉਹਨੇ ਨੂੰ ਜਾਗ ਖੁੱਲ ਗਈ, ਸੁਪਨਾ ਖੁੱਲਿਆ। ਇਹ ਖੇੜਾ ਬ੍ਰਾਹਮਣ ਦੌੜਿਆ ਗੋਇੰਦਵਾਲ ਸਾਹਿਬ, ਫੇਰ ਆਇਆ, ਫਿਰ ਸਿੱਧਾ ਜਾ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ, ਫਿਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਬੌਲੀ ਸਾਹਿਬ ਦੇ ਨਾਲ ਜਿਹੜਾ ਮਹਾਰਾਜ ਦਾ ਦਰਬਾਰ ਹੈ, ਇਸ ਸਥਾਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀਵਾਨ ਲਾਇਆ ਕਰਦੇ ਸੀ। ਸਤਿਗੁਰੂ ਇੱਥੇ ਸਜੇ ਹੋਏ ਹੈ। ਇਹ ਬ੍ਰਾਹਮਣ ਜਾ ਮਹਾਰਾਜ ਦੇ ਚਰਨੀ ਪਿਆ, ਹਜੂਰ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਇਸ ਤਰ੍ਹਾਂ ਬ੍ਰਾਹਮਣ, ਆ ਮੇਰਾ ਨਾਮ ਹੈ, ਤੇ ਆਪ ਦੱਸੋ ਵੀ ਮੈਨੂੰ ਜਿਵੇਂ ਦੇਵੀ ਨੇ ਉਹ ਸੁਪਨੇ ਵਾਲੀ ਸਾਰੀ ਗੱਲ ਇਹ ਬ੍ਰਾਹਮਣ ਨੇ ਦੱਸ ਦਿੱਤੀ, ਤੇ ਪਹਿਲਾਂ ਮੈਂ ਇੱਥੋਂ ਚਲਾ ਗਿਆ ਸੀ ਲੰਗਰ ਤੋਂ ਸ਼ੂਕ ਮਨਾ ਕੇ, ਹੁਣ ਮੁੜ ਆਇਆ, ਦੇਵੀ ਨੇ ਡਰਾਇਆ, ਉਹ ਸਭ ਦੱਸਿਆ। ਤੇ ਫਿਰ ਕਹਿੰਦਾ ਮਹਾਰਾਜ ਹੁਣ ਤਾਂ ਮੈਂ ਤੁਹਾਡੇ ਦਰਸ਼ਨ ਕਰ ਲਏ ਹੈ, ਹੁਣ ਮੈਨੂੰ ਇਹ ਦੱਸੋ ਤੁਸੀਂ ਤਾਂ ਜਾਣੀ ਜਾਣ ਹੋ ਵੀ ਦੇਵੀ ਜਿਹੜੀ ਉਹ ਖੁਸ਼ ਹੋ ਗਈ ਹੈ ਕਿ ਅਜੇ ਉਵੇਂ ਹੀ ਹੈ। ਤੇ ਮਹਾਰਾਜ ਕਹਿੰਦੇ ਬ੍ਰਾਹਮਣ ਜੀ, ਇਹ ਬ੍ਰਾਹਮਣ ਫਿਰ ਬੋਲਦਾ, ਕਹਿੰਦਾ ਮਹਾਰਾਜ ਮੈਨੂੰ ਉਹਦੇ ਦਰਸ਼ਨ ਕਰਵਾਓ ਦੇਵੀ ਦੁਰਗਾ ਦੇ, ਕਿਉਂਕਿ ਤੁਸੀਂ ਕਰਵਾ ਸਕਦੇ ਹੋ ਮੈਨੂੰ ਪਤਾ। ਮਹਾਰਾਜ ਕਹਿੰਦੇ ਬ੍ਰਾਹਮਣ ਜੀ ਦਰਸ਼ਨ ਤਾਂ ਤੈਨੂੰ ਕਰਵਾ ਦਿਆਂਗੇ, ਤੇ ਇੱਥੋਂ ਸਹਿ ਨਹੀਂ ਹੋਣੇ, ਪ੍ਰਤਾਪ ਚੱਲਿਆ ਨਹੀਂ ਜਾਣਾ ਤੇ ਔਖਾ ਹੋ ਜਾਣਾ। ਕਹਿੰਦਾ ਮਹਾਰਾਜ ਜੋ ਮਰਜ਼ੀ ਹੋਵੇ, ਇੱਕ ਵਾਰੀ ਦਰਸ਼ਨ ਤਾਂ ਕਰਵਾਓ ਦੇਵੀ ਦੇ। ਮਹਾਰਾਜ ਆਪਣੇ ਗੜਵਈ ਜਾਂ ਲਾਂਗਰੀ ਸਿੱਖ ਜਿਹੜਾ ਭਾਈ ਬੱਲੂ ਜੀ ਨੂੰ ਕਹਿੰਦੇ ਬੱਲੂ ਜਾ ਇਹ ਬ੍ਰਾਹਮਣ ਨੂੰ ਲੈ ਜਾ ਨਾਲ, ਜਿੱਥੇ ਸਾਡਾ ਸੁੱਖ ਸਥਾਨ ਹੈ ਚੁਬਾਰਾ ਸਾਹਿਬ, ਉੱਥੇ ਲੈ ਜਾ, ਵਿਖਾ ਇਹਨੂੰ ਦੇਵੀ ਦੇ ਕਰਾ ਦਰਸ਼ਨ। ਭਾਈ ਬੱਲੂ ਜੀ ਨੇ ਇਹਦੀ ਘੁੱਟ ਕੇ ਬਾਂਹ ਫੜੀ, ਬ੍ਰਾਹਮਣ ਦੀ ਜਾ ਚੁਬਾਰਾ ਸਾਹਿਬ ਦੇ ਸਥਾਨ ਅੰਦਰ ਪ੍ਰਵੇਸ਼ੇ ਹੈ। ਉੱਥੇ ਜਿਹੜੀ ਦੇਵੀ ਦੀ ਇਹ ਪੂਜਾ ਕਰਨ ਚੱਲਿਆ, ਉਹ ਦੇਵੀ ਉੱਥੇ ਝਾੜੂ ਲਾਉਂਦੀ ਜਦੋਂ ਵੇਖੀ, ਰੂਪ ਉਹਦਾ ਬੜਾ ਭਿਆਨਕ, ਪ੍ਰਤਾਪ, 8 ਬਾਹਾਂ ਵੇਖੀਆਂ, ਗਲ ਵਿੱਚ ਮੁੰਡਾਂ ਦੀ ਸਿਰਾਂ ਦੀ ਮਾਲਾ ਪਾਈ ਵੇਖੀ। ਇਹ ਬ੍ਰਾਹਮਣ ਤੋਂ ਪ੍ਰਤਾਪ ਨਾ ਚੱਲ ਹੋਇਆ ਤੇ ਬੇਹੋਸ਼ ਹੋ ਕਰਕੇ ਡਿੱਗ ਪਿਆ। ਭਾਈ ਬੱਲੂ ਜੀ ਚੁੱਕ ਕੇ ਮਹਾਰਾਜ ਦੇ ਪਾਸ ਲੈ ਆਏ। ਮਹਾਰਾਜ ਨੇ ਨੂੰ ਮੂੰਹ ਜਿਹਾ ਘੁੱਟ ਕੇ ਜਿਵੇਂ ਦੰਦਣ ਤੋੜੀ ਦੀ ਹੈ ਐਵੇਂ ਜਗਾਇਆ, ਉੱਠ ਕੇ ਮਹਾਰਾਜ ਦੇ ਚਰਨੀ ਪੈ ਗਿਆ ਵੀ ਮਹਾਰਾਜ ਮੈਨੂੰ ਇੱਥੇ ਰੱਖ ਲਓ ਆਪਦੇ ਪਾਸ ਹੀ, ਮੈਂ ਜਾਣਿਆ ਤੁਸੀਂ ਸਾਰੇ ਦੇਵੀ ਦੇਵਤਿਆਂ ਤੋਂ ਸ਼੍ਰੇਸ਼ਟ ਹੋ। ਮਹਾਰਾਜ ਕਹਿੰਦੇ ਕੋਈ ਨਾ ਬ੍ਰਾਹਮਣ ਜੀ ਤੁਹਾਡਾ ਧਰਮ ਹੈ,
ਜਿਹਨੂੰ ਮੰਨਦੇ ਹੋ ਦੇਵੀ ਨੂੰ ਆਪਦਾ, ਕਰੋ ਪੂਜਾ ਉਹਦੀ, ਪਰ ਵਾਹਿਗੁਰੂ ਨਾਲ ਲੜ ਨਹੀਂ ਛੱਡਣਾ। ਦੇਵੀਆਂ ਦੇਵਤਿਆਂ ਤੋਂ ਸਾਰਿਆਂ ਤੋਂ ਉੱਤਮ ਨਾਮ ਉਹ ਪਰਮੇਸ਼ਰ ਦਾ ਹੈ। ਜਿਹੜੇ ਦੇਵੀ ਦੇਵਤੇ ਵੀ ਜਪ ਕੇ ਆਪਦੀ ਗਤੀ ਕਰਾਉਣ ਦੀ ਇੱਛਾ ਰੱਖਦੇ, ਚਾਹੇ ਮਨੁੱਖਾ ਦੇਹੀ ਨੂੰ ਸਿਮਰਦੇ ਆ। ਤੋ ਇਹੋ ਜਿਹੀ ਮਹਾਰਾਜ ਦੇ ਪਾਸੋਂ ਇਹ ਵਰਦਾਨ ਲੈ ਕੇ ਗਿਆ। ਮਹਾਰਾਜ ਨੇ ਇਹ ਖੇੜੇ ਬ੍ਰਾਹਮਣ ਨੂੰ ਹੋਰ ਵੀ ਅਜਮਤਾਂ ਦਿੱਤੀਆਂ। ਇਹਨੂੰ ਮਹਾਰਾਜ ਨੇ ਪ੍ਰਚਾਰਕ ਥਾਪਿਆ। ਜਿਹੜੀਆਂ 22 ਮੰਜੀਆਂ ਹਜ਼ੂਰ ਨੇ ਬਖਸ਼ੀਆਂ, ਉਹਦੇ ਵਿੱਚੋਂ ਇੱਕ ਇੱਕ ਖੇੜੇ ਸੋਇਨੀ ਬ੍ਰਾਹਮਣ ਨੂੰ ਵੀ ਬਖਸ਼ਿਸ਼ ਕੀਤੀ ਸੀ। ਇਹ ਪ੍ਰਸੰਗ ਸਾਰਾ ਆਪਾਂ ਸੁਣਿਆ। ਆਪਦੇ ਇਲਾਕੇ ਵਿੱਚ ਜਾ ਕਰਕੇ ਖੇੜੇ ਬ੍ਰਾਹਮਣ ਨੇ ਬਹੁਤ ਅਸਾਰ ਪ੍ਰਸਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਵਾਹਿਗੁਰੂ ਨਾਮ ਜਪਾਇਆ ਤੇ ਜੀਵਾਂ ਦੀ ਕਲਿਆਣ ਹੋਈ। ਤੋ ਇਹ ਪ੍ਰਸੰਗ ਆਪਾਂ ਪਿੱਛੇ ਸੁਣਿਆ, ਵਿਚਾਰਿਆ, ਪੜ੍ਹਿਆ। ਅੱਗੇ ਕੁਝ ਪ੍ਰਸੰਗ ਰਹਿ ਗਿਆ ਸੀ ਇਹ ਅੰਸੂ ਦਾ, ਉਹ ਕਵੀ ਜੀਆਂ ਵਿੱਚ ਜਿਵੇਂ ਪਾਇਆ ਲਿਖਿਆ ਹੋਇਆ। ਗੋਂਦਾ ਖੱਤਰੀ ਸੀ ਜਿਹੜਾ, ਜਿਹਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਵਾਲੀ ਜ਼ਮੀਨ ਭੇਂਟ ਕੀਤੀ ਸੀ। ਉਹਦੇ ਜਿਹੜੇ ਉਹ ਅੱਗੇ ਪੁੱਤਰ ਸੀ, ਉਹ ਮਹਾਰਾਜ ਨੂੰ ਕਹਿੰਦੇ ਸੀ ਵੀ ਇਹ ਸਾਡੀ ਥਾਂ ਆ। ਉਹ ਜਿਵੇਂ ਉਹਨਾਂ ਨੇ ਫਿਰ ਮਹਾਰਾਜ ਦੇ ਉੱਪਰ ਵਧੀਕੀ ਕਰਕੇ ਅਕਬਰ ਦੇ ਦਰਬਾਰ ਵਿੱਚ ਵੀ ਗਏ। ਉਹ ਜੈਸੀ ਉਹਨਾਂ ਦੀ ਹਾਲਤ ਹੋਈ ਉਹ ਸਾਰਾ ਹੀ ਅੱਗੇ ਕਵੀ ਜੀ ਲਿਖ ਰਹੇ ਆ। ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਮਨ ਚਿਤ ਬਿਰਤੀਆਂ ਇਕਾਗਰ ਕਰੋ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਸਾਓ। ਰਸਨਾ ਕਰੋ ਜੀ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ। ਉਹ ਕਵੀ ਸੰਤੋਖ ਸਿੰਘ ਸਾਹਿਬ ਜੀ ਦੱਸਦੇ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਪ੍ਰਾਣੀ ਤੇ ਮਿਹਰ ਭਰੀ ਨਿਗਾਹ ਮਾਰਦੇ ਆ, ਨਿਜ ਕੁਟੰਬ ਜਤ ਭਾਉ ਜਲ ਤਰੈ। ਤੇ ਉਹ ਆਪ ਵੀ ਤਰ ਜਾਂਦਾ, ਪਰ ਪਰਿਵਾਰ ਸਮੇਤ, ਕੁਲਾਂ ਸਮੇਤ ਮਹਾਰਾਜ ਉਹਨੂੰ ਪਾਰ ਕਰ ਦਿੰਦੇ। ਜਿਹਦੇ ਪ੍ਰਾਣੀ ਤੇ ਮਹਾਰਾਜ ਦੀ ਮਿਹਰ ਹੁੰਦੀ ਹੈ, ਆਪ ਵੀ ਤਰਦਾ ਹੈ ਤੇ ਪਰਿਵਾਰ ਵੀ ਸਾਰਾ ਤਰ ਜਾਂਦਾ ਹੈ। ਜਿਮ ਗੋਂਦੇ ਗੁਰ ਅੰਗਦ ਪਾਸ। ਅੱਗੇ ਉਹ ਗੋਂਦੇ ਦਾ ਪ੍ਰਸੰਗ ਆਰੰਭ ਕਰਦੇ ਆ। ਜਿਹੜਾ ਗੋਂਦਾ ਨਾਮ ਦਾ ਖੱਤਰੀ ਸੀ, ਕਿਸੇ ਸਮੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਗਿਆ ਸੀਗਾ ਖਡੂਰ ਸਾਹਿਬ। ਪੂਰਬ ਕਰੀ ਹੋਤੀ ਅਰਦਾਸ। ਤੇ ਇਹਨੇ ਜਾ ਕੇ ਅਰਦਾਸ ਕੀਤੀ ਸੀ। ਉਹ ਤੁਸੀਂ ਆਪ ਸਭ ਸੰਗਤਾਂ ਦੇ ਹਿਰਦੇ ਵਿਦਿਤ ਹੋਵੇ। ਜਦੋਂ ਇਹ ਗੋਂਦੇ ਖੱਤਰੀ ਨੇ ਆਪਦੇ ਇਹ ਜ਼ਮੀਨ ਦਾ ਝਗੜਾ ਸੀ ਨਾ ਇਹਦਾ ਸ਼ਰੀਕਾਂ ਨਾਲ, ਜਿਹੜੀ ਗੋਇੰਦਵਾਲ ਸਾਹਿਬ ਵਾਲਾ ਸ਼ਹਿਰ ਵਾਲਾ ਥਾਂ ਹੈ, ਉਦੋਂ ਉਜਾੜ ਹੀ ਸੀ, ਵਿਹਲਾ ਹੀ ਸੀ। ਤੇ ਉਹ ਗੋਂਦਾ ਖੱਤਰੀ ਸੀ ਜਿਹੜਾ, ਉਹ ਜਦੋਂ ਨਿਆਂ ਕਰਨ ਵਾਲੀ ਬਾਦਸ਼ਾਹ ਦੇ ਪਾਸ ਗਏ, ਉਹਨੇ ਆਖਿਆ ਜਿਹੜਾ ਸਹੁੰ ਚੁੱਕ ਲਵੇ ਕਿ ਇਹ ਥਾਂ ਮੇਰਾ ਹੈ, ਥਾਂ ਉਸੇ ਦਾ। ਇਹ ਗੋਂਦੇ ਖੱਤਰੀ ਨੇ ਭਰੀ ਸਭਾ ਵਿੱਚ ਝੂਠੀ ਕਸਮ ਚੁੱਕੀ ਸੀ। ਉਹ ਥਾਂ ਤਾਂ ਇਹਨੂੰ ਮਿਲ ਗਿਆ, ਪਰ ਉਹ ਥਾਂ ਨੂੰ ਪਾਪੀ ਪਾਮਰ ਧਰਤੀ ਜਾਣ ਕਰਕੇ ਸਾਰੇ ਸੰਸਾਰ ਦੇ ਭੂਤ ਪ੍ਰੇਤ ਉੱਥੇ ਆ ਕੇ ਵਸਣ ਲੱਗੇ ਸੀ। ਤੋ ਇੱਕ ਬਠਿੰਡੇ ਕਿਲੇ ਵਾਲਾ ਜਿਹੜਾ ਜਿੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਿਓ ਕੱਢਿਆ, ਕਾਣਾ ਦਿਓ, ਇਹ ਵੀ ਉੱਥੋਂ ਹੀ ਆਇਆ ਸੀ ਗੋਇੰਦਵਾਲ ਸਾਹਿਬ ਤੋਂ। ਤੋ ਰਹੋ ਵਿਚਾਰ, ਉਹ ਸਾਰੀ ਕਥਾ ਤੁਸੀਂ ਸੁਣੀ ਹੈ। ਤੇ ਇਹ ਗੋਂਦਾ ਖੱਤਰੀ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਗੋਇੰਦਵਾਲ ਉੱਥੇ ਖਡੂਰ ਸਾਹਿਬ ਪਹੁੰਚਾ ਸੀ। ਜਾ ਕੇ ਇਹਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਮੇਰੇ ਕੋਲ ਜ਼ਮੀਨ ਹੈ ਇਸ ਤਰ੍ਹਾਂ, ਤੇ ਤੁਸੀਂ ਉੱਥੇ ਸ਼ਹਿਰ ਵਸਾਓ, ਨਗਰ ਵਸਾਓ। ਮੈਂ ਜਿਹੜੇ ਵੀ ਘਰ ਲਿਆ ਕੇ ਉੱਥੇ ਬਹਾਲ ਕਰਨ ਵਾਸਤੇ ਲਿਆਈ ਦੇ ਆ, ਵਸਾਈ ਦੇ ਆ, ਉਹ ਰਾਤੋਂ ਰਾਤ ਹੀ ਉਹ ਭੂਤ ਪ੍ਰੇਤ ਉਹਨੂੰ ਉਜਾੜ ਦਿੰਦੇ ਆ। ਤੋ ਮਹਾਰਾਜ ਨੇ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਭੇਜਿਆ ਸੀ। ਇਹ ਸਾਰਾ ਗੋਇੰਦਵਾਲ ਸ਼ਹਿਰ ਵਸਿਆ ਸੀ। ਤੋ ਕਵੀ ਜੀ ਉਹ ਥੋੜਾ ਪਿੱਛੇ ਪ੍ਰਸੰਗ ਦੱਸ ਰਹੇ ਵੀ ਕਿਸੇ ਸਮੇਂ ਗੋਂਦੇ ਖੱਤਰੀ ਨੇ ਇਹ ਗੋਇੰਦਵਾਲ ਸਾਹਿਬ ਵਾਲੀ ਜ਼ਮੀਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅਰਦਾਸ ਕਰਵਾਈ ਸੀਗੀ। ਖਡੂਰ ਸਾਹਿਬ ਪਹੁੰਚ ਕਰਕੇ ਗੋਇੰਦਵਾਲ ਵਿਸਾਲ ਬਸਾਇਓ। ਤੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧੰਨ ਬਾਬਾ ਅਮਰਦਾਸ ਜੀ ਨੂੰ ਭੇਜ ਕੇ
ਤੇ ਗੋਇੰਦਵਾਲ ਸਾਹਿਬ ਬੜਾ ਭਾਰੀ ਨਗਰ ਵਸਾ ਦਿੱਤਾ। ਸੋ ਗੁਰ ਕੇ ਅਨੁਸਾਰ ਰਹਾਇਓ। ਜਿਹੜਾ ਗੋਂਦਾ ਖੱਤਰੀ ਹੈ ਇਹ ਸਦਾ ਹੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਤੇ ਬਾਅਦ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਦੇ ਅਨੁਸਾਰ ਰਿਹਾ। ਮਹਾਰਾਜ ਦੇ ਕਹਿਣੇ ਵਿੱਚ ਰਿਹਾ ਸੀ ਗੋਂਦਾ। ਆਰ ਬਲਾ ਤਿਸ ਪੂਰੀ ਭਈ। ਪਰ ਉਹ ਗੋਂਦੇ ਖੱਤਰੀ ਦੀ ਜਦੋਂ ਉਮਰ ਪੂਰੀ ਭੁਗਤ ਗਈ, ਬੁੱਢਾ ਹੋ ਗਿਆ ਪ੍ਰਾਣ ਅੰਤ ਕਾਇਆ ਤਜ ਦਈ। ਤੇ ਇਹ ਚੜਾਈ ਕਰ ਗਿਆ, ਪ੍ਰਾਣ ਨਾਸ਼ ਹੋ ਗਏ, ਸਰੀਰ ਇਹ ਗੋਂਦੇ ਖੱਤਰੀ ਨੇ ਛੱਡ ਦਿੱਤਾ। ਭਾਵ ਜਦੋਂ ਮਰ ਮੁੱਕ ਗਿਆ ਗੋਂਦਾ ਤਿਸ ਕੀ ਸੰਤਤ ਪਾਛੇ ਰਹੀ। ਤੇ ਇਹਦੇ ਜਿਹੜੇ ਬੱਚੇ ਐ ਗੋਂਦੇ ਖੱਤਰੀ ਦੇ, ਉਸ ਤਰ੍ਹਾਂ ਇਹਦਾ ਪੁੱਤਰ ਨਹੀਂ ਸੀ ਹੈ ਗੋਂਦੇ ਦਾ ਕੋਈ ਵੀ। ਇਹਨੇ ਉਹ ਝੋਲੀ ਪਵਾਇਆ ਹੋਇਆ ਸੀ। ਭਾਵ ਇਹਦਾ ਜਿਹੜਾ ਉਹ ਜਿਵੇਂ ਆਪਾਂ ਗੋਦ ਲੈ ਲੈਨੇ ਆ, ਉਹ ਗੋਦੀ ਲਿਆਇਆ ਹੋਇਆ ਕੋਈ ਪੁੱਤਰ ਸੀ ਇਹਦਾ ਪਿੱਛੇ। ਤਿਨ ਮਤ ਗੁਰ ਅਨਸਰਨੀ ਨਹੀਂ। ਤੇ ਇਹਦੀ ਜਿਹੜੀ ਮਤ ਸੀ ਉਹ ਗੁਰੂ ਜੀ ਦੇ ਅਨੁਸਾਰ ਨਹੀਂ ਸੀ। ਭਾਵ ਗੋਂਦਾ ਖੱਤਰੀ ਤਾਂ ਮਹਾਰਾਜ ਦਾ ਪ੍ਰੇਮੀ ਸੀ, ਗੁਰੂ ਅਮਰਦਾਸ ਮਹਾਰਾਜ ਦਾ। ਪਰ ਇਹਦਾ ਜਿਹੜਾ ਅੱਗੇ ਪੁੱਤਰ ਸੀ ਲਿਆ ਹੋਇਆ ਗੋਦੀ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਈਰਖਾ ਕਰਦਾ ਸੀ। ਉਹ ਨਹੀਂ ਮਹਾਰਾਜ ਨਾਲ ਪ੍ਰੇਮ ਰੱਖਦਾ। ਚੌਧਰਤਾ ਹਮਰੇ ਇਮ ਜਾਣੇ। ਉਹ ਹੰਕਾਰੀ ਸੀ। ਇਹ ਗੋਂਦੇ ਦਾ ਪੁੱਤਰ ਲਿਆ ਹੋਇਆ ਉਹ ਆਪਦੇ ਆਪ ਨੂੰ ਜਾਣਦਾ ਸੀ ਵੀ ਅਸੀਂ ਇਸ ਨਗਰ ਸਾਡੀ ਥਾਂ 'ਚ ਹੈ ਤੇ ਅਸੀਂ ਇੱਥੋਂ ਦੇ ਚੌਧਰੀ ਹੁੰਨੇ ਹਾਂ। ਇਸ ਪੁਰ ਕੇ ਨਰ ਬਿਖੇ ਮਹਾਨੇ। ਤੇ ਇਹ ਨਗਰ ਦੇ ਜਿਹੜੇ ਨਗਰ ਹੈ ਬੜਾ ਭਾਰੀ ਨਗਰ ਵਸਿਆ ਹੋਇਆ ਗੋਇੰਦਵਾਲ। ਸਗਰੋ ਨਗਰ ਹਮਾਰੋ ਹੈ। ਤੇ ਇਹ ਸਾਰਾ ਪਿੰਡ ਸਾਡਾ ਹੈ। ਇਹ ਗੋਂਦੇ ਦਾ ਜਿਹੜਾ ਉਹ ਅੱਗੇ ਪੁੱਤ ਹੈ ਉਹ ਇਹ ਆਪਦੇ ਆਪ ਨੂੰ ਜਣਾਉਂਦਾ ਸੀ ਵੀ ਅਸੀਂ ਚੌਧਰੀ ਹਾਂ ਇੱਥੋਂ ਦੇ, ਤੇ ਇਹ ਸਾਰਾ ਨਗਰ ਜਿਹੜਾ ਬਣਿਆ ਸਾਡੀ ਜ਼ਮੀਨ ਵਿੱਚ ਹੈ, ਸਾਡੀ ਥਾਂ ਵਿੱਚ ਹੈ, ਇਹ ਸਭ ਸਾਡਾ ਨਗਰ ਹੈ। ਅਰ ਪੈ ਭੇਟ ਇਹਾਂ ਜੋ ਰਹੈ। ਤੇ ਇੱਥੇ ਜਿਹੜਾ ਵੀ ਕੋ ਰਵੇ ਉਹ ਸਾਨੂੰ ਭੇਟਾ ਦੇਵੇ ਵੀ ਸਾਡੀ ਥਾਂ 'ਚ ਜ਼ਮੀਨ 'ਚ ਨਗਰ ਹੈ, ਜਿਹੜਾ ਵੀ ਇੱਥੇ ਰਵੇ ਉਹ ਸਾਨੂੰ ਕੁਝ ਪੈਸੇ ਦਿਆ ਕਰੇ ਇੱਥੇ ਰਹਿਣ ਵਾਸਤੇ। ਸ਼੍ਰੀ ਗੁਰ ਕੋ ਕਰ ਹੈ ਵਿਸਾਲਾ। ਤੇ ਨਾਲੇ ਵੀ ਵਿਚਾਰ ਕਰਦਾ ਵੀ ਇੱਥੇ ਸਾਰਿਆਂ ਤੋਂ ਵੱਡਾ ਘਰ ਜਿਹੜਾ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੈ। ਦੇਤ ਨਹੀਂ ਸੋ ਕੁਛ ਕਿਸ ਕਾਲਾ। ਤੇ ਉਹ ਸਾਨੂੰ ਕਿਸੇ ਸਮੇਂ ਵੀ ਕੁਝ ਵੀ ਨਹੀਂ ਦਿੰਦੇ ਵੀ ਚਲੋ ਦੂਜਿਆਂ ਤੋਂ ਤਾਂ ਫੇਰ ਲਵਾਂਗੇ। ਇੱਥੇ ਸਾਰਿਆਂ ਤੋਂ ਵੱਡਾ ਘਰ ਜਿਹੜਾ ਹੈ ਪਰਿਵਾਰ ਕਰਕੇ ਵੀ ਤੇ ਮਾਇਆ ਕਰਕੇ ਵੀ ਸਾਰਿਆਂ ਤੋਂ ਵੱਡਾ ਘਰ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਹੈ। ਸਤਿਗੁਰੂ ਸਾਨੂੰ ਕੁਝ ਨਹੀਂ ਦਿੰਦੇ, ਨਾ ਪਹਿਲਾਂ ਦਿੰਦੇ ਰਹੇ ਆ ਤੇ ਨਾ ਹੁਣ ਦਿੰਦੇ ਆ। ਆਵਤ ਇਨ ਕੇ ਦਰਬ ਬਡੇਰੇ। ਤੇ ਇਹਨਾਂ ਦੇ ਘਰ ਵਿੱਚ ਹੁਣ ਮਾਇਆ ਬਹੁਤ ਆਉਂਦੀ, ਗੱਡੇ ਭਰ ਭਰ ਕੇ ਡਿਉੜੀ ਤੇ ਖੜੇ ਰਹਿੰਦੇ। ਮਾਇਆ ਅਸ਼ਰਫੀਆਂ ਦੇ, ਮੋਹਰਾਂ ਦੇ, ਲੰਗਰ ਦੇ, ਰਸਤਾਂ ਦੇ, ਪਰਚੂਨ ਦੇ, ਬਸਤਰਾਂ ਦੇ, ਇਸ ਤਰ੍ਹਾਂ ਬੜਾ ਭਾਰੀ ਇਹਨਾਂ ਦੇ ਗੱਡ ਖਾਨਾ ਜਿਹੜਾ ਹੈ ਉਹ ਡਿਉੜੀ ਤੇ ਸਦਾ ਲੈਣਾ ਲੱਗੀਆਂ ਰਹਿੰਦੀਆਂ ਹਨ। ਚੱਲਹਿ ਦੇਗ ਨਰ ਅਚਹਿ ਕਨੇਰੇ। ਤੇ ਕਿੰਨੇ ਲੋਕ ਆਉਂਦੇ ਐ, ਲੰਗਰ ਚੱਲੀ ਜਾਂਦਾ ਹੈ, ਕਿੰਨੇ ਪਾਸੋਂ ਲੋਕ ਆਉਂਦੇ ਐ, ਮੱਥਾ ਟੇਕਦੇ ਐ, ਮਾਇਆ ਚੜ੍ਹਦੀ ਐ ਤੇ ਨਾਲ ਇਥੋਂ ਪ੍ਰਸ਼ਾਦਾ ਛਕਦੇ ਛਕਾਉਂਦੇ ਐ। ਉਚਿਤ ਅਬ ਹੈ ਇਨ ਤੇ ਧਨ ਲੀਜੈ ਹੈ। ਤੇ ਇਹ ਵਿਚਾਰ ਕਰਦਾ ਹੈ ਗੋਂਦੇ ਦਾ ਪੁੱਤ ਵੀ ਚੰਗਾ ਹੁਣ ਇਹ ਹੈ ਵੀ ਪਹਿਲਾਂ ਸਾਰਿਆਂ ਤੋਂ ਗੁਰੂ ਅਮਰਦਾਸ ਮਹਾਰਾਜ ਤੋਂ ਪੈਸੇ ਲਈ ਪ੍ਰਥਮ ਆਮਦਨ ਤਨ ਕੀ ਥੋਰੀ। ਕਹਿੰਦਾ ਹੈ ਗੁਰੂ ਅਮਰਦਾਸ ਜੀ ਗੱਲ ਇਸ ਤਰ੍ਹਾਂ ਹੈ ਵੀ ਜਦੋਂ ਨਗਰ ਵਸਿਆ ਸੀ ਉਦੋਂ ਤਾਂ ਇੱਥੇ ਤੁਹਾਨੂੰ ਮਾਇਆ ਥੋੜੀ ਘੱਟ ਹੀ ਆਉਂਦੀ ਸੀ, ਬਹੁਤ ਲੋਕ ਘੱਟ ਸੰਗਤਾਂ ਆਉਂਦੀਆਂ ਸਨ। ਪਹਿਲਾਂ ਤੁਹਾਨੂੰ ਆਮਦਨ ਬੜੀ ਥੋੜੀ ਸੀ। ਅਬ ਚਾਹੋਂ ਦੇਸ਼ ਤੇ ਆਏ ਅਕੋਰੀ। ਹੁਣ ਤਾਂ ਮਹਾਰਾਜ ਵੇਖੋ ਕਿੰਨੀਆਂ ਭੇਟਾਵਾਂ ਚਾਰੇ ਪਾਸਿਓਂ ਤੁਹਾਨੂੰ ਆ ਰਹੀਆਂ, ਗੱਡੇ ਭਰ ਭਰ ਕੇ ਸੰਗਤਾਂ ਲੈ ਲੈ ਕੇ ਆਉਂਦੀਆਂ ਹਨ। ਮਤ ਮਲੀਨ ਮਿਥਿਆ ਅਭਿਮਾਨੀ। ਕਵੀ ਜੀ ਕਹਿੰਦੇ ਮਤ ਦਾ ਮੈਲਾ ਹੈ, ਮਿਥਿਆ ਝੂਠਾ ਹੈ ਤੇ ਅਭਿਮਾਨੀ ਹੰਕਾਰੀ ਇਹ ਚੌਧਰੀ ਹੈ ਗੋਂਦੇ ਦਾ ਪੁੱਤ। ਨਿਕਟ ਗੁਰੂ ਨਹਿ ਮਹਿਮਾ ਜਾਨੀ। ਗੁਰੂ ਦੇ ਕੋਲ ਰਹਿੰਦਾ ਹੋਇਆ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਨੂੰ ਗੋਂਦੇ ਦਾ ਪੁੱਤ ਨਹੀਂ ਜਾਣਦਾ ਹੈ। ਤੀਰਥ ਬਾਸੀ ਜਿਮ ਨਰ ਹੋਵੈ। ਇਹਦੀ ਹਾਲਤ ਉਹ ਹੈ ਵੀ ਜਿਵੇਂ ਕੋਈ ਗੰਗਾ ਦੇ ਕੰਢੇ ਹੀ ਰਹਿੰਦਾ ਹੋਵੇ, ਕਿਸੇ ਤੀਰਥ ਦੇ ਉੱਪਰ ਹੀ ਰਹਿੰਦਾ ਹੋਵੇ ਸਦਾ। ਨਹੀਂ ਮਹਾਤਮ ਤਿਨ ਕੋ ਜੋਵੈ। ਤੇ ਉਹਨੂੰ ਨਹੀਂ ਪਤਾ ਹੁੰਦਾ ਵੀ ਇਹਦਾ ਮਹਾਤਮ ਕੀ। ਲੋਕੀ ਦੂਰੋਂ ਦੂਰੋਂ ਆ ਕੇ ਤੀਰਥ ਤੇ ਇਸ਼ਨਾਨ ਕਰਦੇ ਐ ਤੇ ਤੀਰਥ ਉੱਤੇ ਰਹਿਣ ਵਾਲਾ ਕਦਰ ਨਹੀਂ ਜਾਣਦਾ। ਭਾਵ ਕਿ ਜਿਵੇਂ ਘਰੇ ਗੰਗਾ ਤੋਂ ਵੀ ਉਹ ਪਿਆਸਾ ਰਹਿ ਜਾਵੇ। ਗੁਰੂ ਅਮਰਦਾਸ ਜੀ ਇਹਦੇ ਨਗਰ 'ਚ ਹੈ
ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜੀਵ ਆਣ ਆਣ ਕੇ ਦਰਸ਼ਨ ਕਰਦੇ ਆ, ਆਪ ਦਾ ਭਲਾ ਲੋਚਦੇ ਆ ਜਿਸ ਗੁਰੂ ਅਮਰਦਾਸ ਮਹਾਰਾਜ ਤੋਂ। ਤੇ ਗੋਂਦੇ ਦਾ ਪੁੱਤ ਗਵਾਂਢ ਰਹਿੰਦਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਨਹੀਂ ਜਾਣ ਸਕਿਆ। ਨਹਿ ਸ਼ਰਧਾ ਸੋ ਦੇਹ ਇਸ਼ਨਾਨ ਹੈ। ਤੇ ਜਿਵੇਂ ਉਹ ਕੋਈ ਦੇਹ ਦਾ ਇਸ਼ਨਾਨ ਨਹੀਂ ਨਾ ਕਰਾਉਂਦਾ ਸ਼ਰਧਾ ਦੇ ਨਾਲ, ਕੋਈ ਤੀਰਥ ਦੇ ਕੰਢੇ ਉਹ ਰਹਿੰਦਾ, ਉਹਨੂੰ ਐ ਹੁੰਦਾ ਵੀ ਚਲੋ ਇਹੀ ਤੀਰਥ ਹੈ, ਇੱਥੇ ਰਹੀਦਾ ਸਾਰਾ ਦਿਨ, ਉਹ ਇਸ਼ਨਾਨ ਨਹੀਂ ਜਿਸ ਤਰ੍ਹਾਂ ਕਰਦਾ ਹੈ। ਨਿਸ ਦਿਨ ਮੂੜ ਅਵਗਿਆ ਠਨ ਹੈ। ਤੇ ਇਸੇ ਤਰ੍ਹਾਂ ਇਹ ਜਿਹੜਾ ਮੂਰਖ ਹੁੰਦਾ ਕੋਈ ਤੀਰਥ ਤੇ ਰਹਿ ਕੇ ਵੀ ਤੀਰਥ ਦੀ ਅਵਗਿਆ ਨਿਰਾਦਰ ਕਰਦਾ ਹੈ, ਉਸੇ ਤਰ੍ਹਾਂ ਹੀ ਇਹ ਗੋਂਦੇ ਦਾ ਪੁੱਤ ਹੈ। ਜਾਹੇ ਦੂਰ ਤੇ ਸਾਦਰ ਮੱਜਹ ਹੈ। ਤੇ ਜਿਵੇਂ ਦੂਰੋਂ ਆਣ ਆਣ ਕੇ ਸਤਿਕਾਰ ਦੇ ਨਾਲ ਬੜੇ ਲੋਕ ਤੀਰਥ ਦਾ ਇਸ਼ਨਾਨ ਕਰ ਲੈਂਦੇ ਆ, ਸ਼ੋਭ ਫਲ ਪ੍ਰਾਪਤ ਕਲਮਲ ਭੱਜਹ ਹੈ। ਤੇ ਕਲਮਲ ਭਜਾ ਲੈਂਦੇ, ਨਾਸ਼ ਕਰ ਲੈਂਦੇ। ਕਲਮਲ ਨਾਮ ਪਾਪਾਂ ਦਾ, ਪਾਪ ਨਾਸ਼ ਕਰਵਾ ਲੈਂਦੇ ਆ ਇਸ਼ਨਾਨ ਕਰਕੇ। ਤੇ ਇਸ ਤਰ੍ਹਾਂ ਜਾਣਦੇ ਵੀ ਸਾਨੂੰ ਬੜਾ ਫਲ ਮਿਲਿਆ। ਦੂਰੋਂ ਦੂਰੋਂ ਲੋਕ ਇਸ਼ਨਾਨ ਕਰ ਲੈਂਦੇ ਆ। ਤਿਮ ਇਹੋ ਮੂਰਖ ਹਿਰਦੇ ਮਲੀਨੇ। ਤੇ ਜਿਹੜੇ ਰਹਿੰਦੇ ਆ ਤੀਰਥ ਦੇ ਕੰਢੇ ਤੇ ਉਹ ਨਹੀਂ ਜਾਣਦੇ ਵੀ ਕੀ ਪ੍ਰਤਾਪ ਤੀਰਥ ਦਾ। ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਇਹ ਗੋਂਦੇ ਦਾ ਪੁੱਤ ਹੈ, ਇਹ ਮੂਰਖ ਨੂੰ ਨਹੀਂ ਪਤਾ ਵੀ ਦੂਰੋਂ ਦੂਰੋਂ ਸੰਗਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ, ਤੇ ਮੈਂ ਕੀ ਕਰ ਰਿਹਾ ਮਹਾਰਾਜ ਤੋਂ। ਮਹਾਰਾਜ ਦੀ ਮਹਿਮਾ ਨੂੰ ਉਹ ਮਾਸਾ ਨਹੀਂ ਜਾਣਦਾ, ਹੰਕਾਰੀ ਤੇ ਮੂਰਖ ਹੈ। ਗੁਰੂ ਮਹਾਤਮ ਨਹਿ ਮਨ ਚੀਨੇ। ਮਨ ਕਰਕੇ ਗੋਂਦੇ ਦਾ ਪੁੱਤ ਨਹੀਂ ਗੁਰੂ ਅਮਰਦਾਸ ਮਹਾਰਾਜ ਦੇ ਮਹਾਤਮ ਮਹਿਮਾ ਨੂੰ ਜਾਣਦਾ। ਲੱਗੇ ਅਵਗਿਆ ਕਰਨ ਕੁਢਾਲੀ। ਤੇ ਭੈੜੀ ਚਾਲ ਕਰਦਾ, ਵਿਉਂਤਾਂ ਬਣਾਉਂਦਾ ਹੈ, ਮਹਾਰਾਜ ਦੀ ਅਵਗਿਆ ਭਾਵ ਨਿਰਾਦਰ ਕਰਦਾ ਹੈ। ਹੰਕਾਰੀ ਦੁਰਮਤੀ ਕੁਚਾਲੀ। ਤੇ ਭੈੜੇ ਚਾਲ ਚੱਲਣ ਵਾਲਾ ਤੇ ਮਨਮਤੀਆ ਔਰ ਹੰਕਾਰੀ ਹੈ, ਬੜਾ ਅਭਿਮਾਨੀ ਹੈ। ਸਤਿਗੁਰ ਨਿਕਟ ਜਾਏ ਕਰ ਬੈਸੇ। ਇਹ ਗੋਂਦੇ ਦਾ ਪੁੱਤ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਜਾ ਬੈਠਾ ਹੈ। ਧਰੇ ਲੋਭ ਬੋਲੇ ਤਬ ਐਸੇ। ਮਾਇਆ ਦਾ ਲਾਲਚ ਮਨ ਵਿੱਚ ਰੱਖ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਤਰ੍ਹਾਂ ਬੋਲਿਆ। ਹਮਾਰੇ ਨਗਰ ਬਾਸ ਜੇ ਕੀਜੈ। ਕਹਿੰਦਾ ਮਹਾਰਾਜ ਗੱਲ ਇਹ ਹੈ ਵੀ ਜੇ ਸਾਡੇ ਨਗਰ ਵਿੱਚ ਰਹਿਣਾ ਹੈ ਤੁਸਾਨੇ, ਕੁਛ ਸਿਰਦਾਰੀ ਕੋ ਹਮ ਦੀਜੈ। ਤੇ ਅਸੀਂ ਚੌਧਰੀ ਹਾਂ ਤੇ ਕੁਝ ਸਰਦਾਰੀ ਵਜੋਂ ਭਾਵ ਸਾਡੀ ਜ਼ਮੀਨ ਹੈ, ਤੇ ਸਾਨੂੰ ਕੁਝ ਨਾ ਕੁਝ ਤਾਂ ਤੁਹਾਨੂੰ ਦੇਣਾ ਪਏਗਾ ਜੇ ਸਾਡੇ ਗੋਇੰਦਵਾਲ ਨਗਰ ਵਿੱਚ ਰਹਿਣਾ ਹੈ। ਅਪਰ ਸਰਬ ਹੀ ਮਨ ਹੈ ਆਨ। ਹਾਂ ਠੀਕ ਹੈ, ਤੁਹਾਨੂੰ ਪਾਸਿਓਂ ਆਣ ਆਣ ਕੇ ਤੁਹਾਡੇ ਸਾਰੇ ਮੰਨਦੇ ਆ, ਤੁਹਾਡੀ ਆਣ ਭਾਵ ਤੁਹਾਡੀ ਸ਼ਰਨ ਤੱਕਦੇ ਆ। ਜਥਾ ਜੋਗ ਦੇਵ ਹੈ ਘਰ ਆਨ। ਜਾਂ ਕਹਿੰਦਾ ਮਹਾਰਾਜ ਵੀ ਹੋਰ ਪਾਸੇ ਆਸੇ ਦਾ ਪਿੰਡ ਤਾਂ ਮੇਰੀ ਚੌਧਰਤਾ ਨੂੰ ਮੰਨਦਾ ਹੈ, ਤੇ ਥੋੜੇ ਬਹੁਤ ਇੱਥੋਂ ਦੇ ਰਹਿਣ ਵਾਲੇ ਲੋਕ ਮੈਨੂੰ ਮਾਇਆ ਦਿੰਦੇ ਆ। ਇਹ ਗੋਂਦੇ ਦਾ ਪੁੱਤ ਪੈਸੇ ਲੈਂਦਾ ਸੀ ਪਿੰਡ ਵਿੱਚੋਂ ਕੁਝ ਘਰਾਂ ਪਾਸੋਂ, ਇੱਥੇ ਰਹਿਣ ਮਾਤਰ ਉਹ ਦਬਾ ਦਬੂ ਕੇ ਚੌਧਰੀ ਸੀ ਨਾ, ਤੇ ਉਹ ਦਬ ਕੇ ਲਾ ਕੇ ਕਈਆਂ ਘਰਾਂ ਦੇ ਪਾਸੋਂ ਤਾਂ ਮਾਇਆ ਲੈ ਲੈਂਦਾ ਸੀ, ਮਹਾਰਾਜ ਤੋਂ ਨਹੀਂ ਸੀ ਲੈਂਦਾ ਅਜੇ। ਹੁਣ ਇੱਥੇ ਵੀ ਆ ਗਿਆ ਤੇ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਜੀ ਬਾਕੀ ਤਾਂ ਸਾਰੇ ਸਾਡੀ ਆਣ ਕਈ ਸ਼ਰਨ ਮੇਰੀ ਮੰਨਦੇ ਚੌਧਰਤਾਈ ਨੂੰ, ਤੇ ਮੈਨੂੰ ਥੋੜੀ ਬਹੁਤੀ ਮਾਇਆ ਵੀ ਸਾਰਾ ਨਗਰ ਦਿੰਦਾ ਹੈ। ਬਹੁਤ ਸੰਮਤ ਬੀਤੇ ਤੁਮ ਰਹੋ। ਤੇ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਪਰਿਵਾਰ ਸਮੇਤ ਬੜੇ ਸਾਲ ਬਤੀਤ ਗਏ ਆ, ਲੰਘ ਗਏ ਆ। ਅਨੇਕ ਉਪਾਏ ਨ ਜਗ ਤੇ ਲਹੋ। ਤੇ ਲੋਕਾਂ ਤੋਂ ਆ ਸੰਗਤਾਂ ਤੋਂ ਕਿੰਨੀਆਂ ਭੇਟਾਵਾਂ ਮਾਇਆ ਧਨ ਬਸਤਰ ਤੁਸੀਂ ਲੈਂਦੇ ਹੋ। ਪੂਰਬ ਅਲਪ ਹੋਤੀ ਗੁਜਰਾਨ। ਚਲੋ ਪਹਿਲਾਂ ਤੁਹਾਡਾ ਗੁਜ਼ਾਰਾ ਸਾਨੂੰ ਵੀ ਪਤਾ ਮਸਾ ਹੁੰਦਾ ਸੀ, ਇੱਥੇ ਲੰਗਰ ਬਣਾਉਣ ਵਾਲੇ ਸੀ, ਇਮਾਰਤਾਂ ਪਾਉਣ ਵਾਲੀਆਂ ਸਨ, ਸੰਗਤਾਂ ਦੇ ਰਹਿਣ ਨੂੰ ਇੱਥੇ ਥੋੜੇ ਕਮਰੇ ਆਦਿਕ ਬਣਾਉਣ ਵਾਲੇ ਸੀ, ਤੇ ਤੁਹਾਡੇ ਕੋਲ ਆਮਦਨ ਪਹਿਲਾਂ ਥੋੜੀ ਹੁੰਦੀ ਸੀ, ਇਹ ਮੈਂ ਵੀ ਜਾਣਦਾ ਸਾਂ। ਅਬ ਮਨ ਹੈ ਬਹ ਆਨ ਜਹਾਨ। ਤੇ ਇਸ ਕਰਕੇ ਮੈਂ ਪਹਿਲਾਂ ਤੁਹਾਡੇ ਕੋਲ ਕਦੇ ਨਹੀਂ ਆਇਆ ਮਾਇਆ ਲੈਣ, ਤੇ ਹੁਣ ਤਾਂ ਤੁਹਾਨੂੰ ਵੇਖੋ ਵੀ ਸਾਰਾ ਹੀ ਜਹਾਨ ਸੰਸਾਰ ਮਨ ਦਾ ਪੂਜਾ ਕਰਦਾ ਹੈ। ਮਤ ਮੰਦਨ ਤੇ ਸੁਨ ਗਤ ਦਾਨੀ। ਤੇ ਮਹਾਰਾਜ ਹੁਣ ਮੈਨੂੰ ਦਿਓ ਮਾਇਆ ਫਿਰ, ਤੁਹਾਡਾ ਹੁਣ ਤਾਂ ਇੱਥੇ ਬੜੀ ਚੜਾਈ ਹੈ, ਜੈ ਜੈਕਾਰ ਹੈ, ਕਿੰਨੀ ਸੰਗਤ ਆਉਂਦੀ ਹੈ। ਹੁਣ ਤਾਂ ਮੈਨੂੰ ਮੇਰੀ ਮਹਾਰਾਜ ਕੋਈ ਚੌਧਰਤਾਈ ਵਾਸਤੇ ਸਾਡੀ ਜ਼ਮੀਨ ਹੈ ਜਿਹਦੇ ਵਿੱਚ ਤੁਸੀਂ ਬੈਠੇ ਹੋ, ਇਸ ਕਰਕੇ ਦਿਓ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇੱਥੋਂ ਸੁਣਿਆ ਇਹਦੇ ਪਾਸੋਂ ਇਹਦੇ ਮੂਰਖ ਦੀਆਂ ਗੱਲਾਂ, ਜਦ ਹੰਕਾਰ ਭਰੀਆਂ
ਸਹਿਜ ਸੁਭਾਇਕ ਬੋਲੇ ਤੇ ਬਾਣੀ। ਗਰੀਬ ਨਵਾਜ ਸੁਤੇ ਸੇਧੀ ਗੁਰੂ ਅਮਰਦਾਸ ਜੀ ਬੋਲੇ ਐ। ਲੰਗਰ ਵਿਖੈ ਗਮਨ ਕਰ ਜਾਵਹ। ਮਹਾਰਾਜ ਕਹਿੰਦੇ ਆ ਜਾ ਗੋਂਦੇ ਦੇ ਪੁੱਤ ਜਾਂਦਾ ਹੋਇਆ ਲੰਗਰ ਵਿੱਚੋਂ ਹੋ ਕੇ ਜਾਵੀਂ। ਜਿਤੋ ਅੰਨ ਚਾਹਹ ਤਹ ਖਾਵਹ। ਤੇ ਜਿੰਨਾ ਇੱਥੇ ਤਾਂ ਅਸੀਂ ਇਹ ਦੇ ਸਕਦੇ ਆਂ ਵੀ ਅੰਨ ਹੈ, ਜਿੰਨਾ ਕੁ ਤੂੰ ਛਕ ਲਵੇਂ ਛਕ ਸਕਦਾ ਹੈ, ਤੇ ਲੰਗਰ ਚੋਂ ਛਕ ਜਾਓ। ਦੇਸ ਵਿਦੇਸੀ ਸੰਗਤ ਸਾਰੀ। ਕਿਉਂਕਿ ਵੇਖ ਇਥੋਂ ਦੇਸ਼ਾਂ ਵਿਦੇਸ਼ਾਂ ਤੋਂ ਕਿੰਨੀ ਸੰਗਤ ਆ ਰਹੀ ਹੈ, ਚੱਲਹਿ ਦੇਖ ਤਹ ਅਚਹ ਆਹਾਰੀ। ਤੇ ਲੰਗਰ ਚੱਲਦਾ ਹੈ। ਇਥੋਂ ਕਿੰਨੇ ਦੂਰੋਂ ਦੂਰੋਂ ਸੰਗਤਾਂ ਸਿੱਖ ਆਣ ਕੇ ਲੰਗਰ ਛਕ ਰਹੇ ਐ। ਹਟਕਾਰ ਨਾ ਕਿਸ ਕੀ ਤਿਸ ਥਾਨ। ਇਸ ਥਾਂ ਤੇ ਕਿਸੇ ਨੂੰ ਹਟਕਾਰ ਨਹੀਂ, ਆਉਣ ਦੀ ਕਿਸੇ ਨੂੰ ਵੀ ਰੋਕ ਨਹੀਂ ਹੈ। ਸ਼ੁਧਿਤ ਕਰਤ ਸਭ ਭੋਜਨ ਖਾਨ। ਜਿੰਨੇ ਵੀ ਭੁੱਖੇ ਐ ਸਾਰੇ ਇੱਥੇ ਆਣ ਕੇ ਭੋਜਨ ਛਕ ਕੇ ਆਪਦੀ ਪੇਟ ਦੀ ਪੂਰਤੀ ਕਰਦੇ ਐ। ਸੋ ਜਾਨਹ ਸਰਬੰਸ ਹਮਾਰਾ। ਤੇ ਇਹੀ ਸਾਡਾ ਸਰਬੰਸ ਕਹੀਏ ਸਾਰਾ ਕੁਝ। ਮਹਾਰਾਜ ਕਹਿੰਦੇ ਭਾਈ ਗੱਲ ਇਸ ਤਰ੍ਹਾਂ ਹੈ, ਤੂੰ ਮਾਇਆ ਮੰਗਦਾ ਵੀ ਇੱਥੇ ਤਾਂ ਕਲੀ ਰਸਤ ਆਉਂਦੀ ਆ, ਅੰਨ ਪੱਕ ਜਾਂਦਾ, ਉਹ ਸਿੱਖ ਛਕੀ ਜਾਂਦੇ ਆ, ਤੂੰ ਵੀ ਛਕ ਲੈ, ਚਾਹੇ ਪਰਿਵਾਰ ਨੂੰ ਲੈ ਆ, ਛਕੀ ਜਾਓ ਜਿੰਨਾ ਸਮਾਂ ਮਰਜੀ। ਇੱਥੋਂ ਸਾਡਾ ਤਾਂ ਸਾਰਾ ਕੁਝ ਸਾਹਮਣੇ ਹੀ ਹੈ, ਕੋਈ ਮਾਇਆ ਤਾਇਆ ਕੋਈ ਜੋੜੀ ਨਹੀਂ। ਜਿੰਨਾ ਕੁ ਸਾਡੇ ਕੋਲ ਹੈ ਸਭ ਤੇਰੇ ਸਾਹਮਣੇ ਵਰਤੀ ਜਾਂਦਾ ਹੈ। ਅਹੈ ਗਰੀਬਨ ਕੇਰ ਗੁਜ਼ਾਰਾ। ਵੀ ਇਹ ਤਾਂ ਗਰੀਬਾਂ ਦਾ ਗੁਜਰਾਨ ਚੱਲਦਾ ਇੱਥੇ, ਜਿਵੇਂ ਗਰੀਬ ਆਉਂਦੇ ਆ ਕੋਈ ਮਾੜਾ ਪ੍ਰਸ਼ਾਦਾ ਛਕਦਾ, ਬਸ ਇੱਥੇ ਰਲ ਮਿਲ ਕੇ ਗੁਜ਼ਾਰਾ ਹੋਈ ਜਾਂਦਾ ਹੈ। ਪਿਤਾ ਤਿਹਾਰੇ ਕਛੂ ਨਾ ਚਾਹ। ਬਾਕੀ ਮੈਨੂੰ ਇਹ ਦੱਸ, ਮਹਾਰਾਜ ਕਹਿੰਦੇ ਵੀ ਤੇਰੇ ਪਿਤਾ ਨੇ ਤਾਂ ਕਦੇ ਨਹੀਂ ਸਾਥੋਂ ਕੁਝ ਮੰਗਿਆ ਅੱਜ ਤੀਕਰ, ਤਰੇ ਲੋਭ ਆਏ ਹਮ ਪਾਹ। ਤੇ ਤੂੰ ਲਾਲਚ ਕਰਕੇ ਮਾਇਆ ਮੰਗਣ ਵਾਸਤੇ ਸਾਡੇ ਪਾਸ ਆ ਪਹੁੰਚਾ ਹੈ। ਤਨ ਕੋ ਸੰਚਨ ਹਮਰੇ ਨਾਹਨ। ਸਾਡਾ ਸੁਭਾਅ ਨਹੀਂ, ਮਹਾਰਾਜ ਕਹਿੰਦੇ ਪੈਸੇ ਨੂੰ ਇਕੱਠਾ ਕਰਨਾ, ਧਨ ਇਕੱਠਾ ਕਰਨਾ ਨਹੀਂ ਸਾਡਾ ਸੁਭਾਅ ਕਰਤੱਵ। ਅਨ ਆਦ ਵਸਤੂ ਕਰ ਮਾਹੇ ਨਾ। ਪਰ ਮਾਹੇ ਨਾ ਨਾਡਿਆ। ਤੋ ਮਹਾਰਾਜ ਕਹਿੰਦੇ ਧਨ ਸਾਡਾ ਸੰਚਨਾ ਸੁਭਾਅ ਨਹੀਂ, ਤੇ ਨਾ ਕੋਈ ਵਸਤੂ ਰੱਖੀ ਦੀ ਹੈ, ਨਾ ਕੱਪੜਾ, ਨਾ ਵਸਤਰ, ਨਾ ਕੋਈ ਭਾਂਡਾ ਛੰਨਣ। ਜਿੰਨਾ ਵਰਤਣ ਯੋਗ ਹੈ ਉਹਨਾਂ ਹੀ ਅਸੀਂ ਲੈਂਦੇ ਆ ਸੰਗਤਾਂ ਪਾਸੋਂ। ਜੋ ਤੁਮ ਕੋ ਹਮ ਦੇਹ ਨਿਕਾਸ। ਤੇ ਜੇ ਰੱਖਿਆ ਹੋਵੇ ਤੇ ਅਸੀਂ ਕੀ ਤੈਨੂੰ ਕੱਢ ਕੇ ਦੇ ਦਈਏ। ਜਦੋਂ ਅਸੀਂ ਭਾਂਡਾ, ਕੋਈ ਕੱਪੜਾ ਲੀੜਾ, ਕੋਈ ਮਾਇਆ, ਕੋਈ ਰਾਸ਼ਨ ਅੰਨ ਜੋੜਦੇ ਹੀ ਨਹੀਂ, ਰੱਖਦੇ ਹੀ ਨਹੀਂ, ਤੇ ਤੈਨੂੰ ਕਿੱਥੋਂ ਦੇ ਦਈਏ ਕੱਢ ਕਰਕੇ। ਸੋ ਨਹਿਰਾ ਛਕ ਲਵਾਂਗੇ। ਅਨ ਖਰੀਦ ਹੈ ਮੋਲ ਬਾਜ਼ਾਰਾ। ਤੇ ਅੰਨ ਤੁਸੀਂ ਸਾਨੂੰ ਮਾਇਆ ਦੇ ਦਿਓ, ਸਾਨੂੰ ਲੋੜ ਹੀ ਨਹੀਂ ਤੁਹਾਡੇ ਪ੍ਰਸ਼ਾਦੇ ਦੀ, ਮਾਇਆ ਸਾਨੂੰ ਦਿਓ ਤੇ ਅਸੀਂ ਮੁੱਲ ਖਰੀਦ ਕੇ ਘਰੇ ਪਕਾ ਕੇ ਛਕ ਲਵਾਂਗੇ। ਤੁਮਰੇ ਨਿਕਟ ਕਮੀ ਨਹਿ ਕੋ। ਤੁਹਾਡੇ ਪਾਸ ਕੋਈ ਕਮੀ ਨਹੀਂ ਮਹਾਰਾਜ, ਤੁਸੀਂ ਜਾਣ ਬੁੱਝ ਕੇ ਕਹਿੰਦੇ ਹੋ। ਜਿੰਨੀ ਸੰਗਤ ਆਉਂਦੀ ਹੈ, ਜਿੰਨੀ ਮਾਇਆ ਆਉਂਦੀ ਹੈ, ਅਸੀਂ ਜਾਣਦੇ ਹਾਂ, ਮੈਂ ਜਾਣਦਾ ਵੀ ਤੁਹਾਡੇ ਉਹ ਇਹੋ ਜਿਹੇ ਵੱਡੇ ਵੱਡੇ ਰਾਜੇ ਜਿਹੜੇ ਆ ਮਹਾਰਾਜ, ਉਹ ਸਾਰੇ ਤੁਹਾਡੇ ਪਾਸ ਆਣ ਕੇ ਢੁੱਕਦੇ ਆ। ਬੜੇ ਵੱਡੇ ਬਾਦਸ਼ਾਹ ਰਾਜੇ ਮਹਾਰਾਜੇ ਤੁਹਾਡੇ ਘਰ ਆਉਂਦੇ ਆ। ਆਏ ਉਪਾਇਨ ਅਨੇਕ ਪ੍ਰਕਾਰਾ। ਇੱਥੇ ਆ ਕੇ ਬੜੇ ਤਰ੍ਹਾਂ ਦੀਆਂ ਗਹਿਣੇ ਭੇਟਾਵਾਂ ਬੜਾ ਕੁਝ ਤੁਹਾਨੂੰ ਦਿੰਦੇ ਆ। ਤਿਨ ਮੈਂ ਤੇ ਜਿਹੜਾ ਸਾਡਾ ਹੱਕ ਬਣਦਾ ਹੈ, ਸਾਡੀ ਥਾਂ 'ਚ ਬੈਠੇ ਹੋ, ਸਾਡੇ ਪਿਤਾ ਨੇ ਜਗ੍ਹਾ ਦਿੱਤੀ ਹੈ ਤੇ ਲਈ ਵੀ ਤੁਸੀਂ ਮੁਫਤੀ ਹੈ। ਹਾਲਾਂਕਿ ਉਹ ਗੋਂਦਾ ਤਾਂ ਅਰਦਾਸ ਕਰਵਾ ਕੇ ਆਇਆ ਸੀ ਨਾ ਇਹ ਜ਼ਮੀਨ ਦੀ, ਤੇ ਇਹ ਗੋਂਦੇ ਦਾ ਪੁੱਤ ਕਹਿੰਦਾ ਮਹਾਰਾਜ ਸਾਥੋਂ ਸਾਡਾ ਹੱਕ ਬਣਦਾ ਜਿਹੜਾ ਦਿਓ। ਐਡੇ ਰਾਜੇ ਮਹਾਰਾਜੇ ਤੁਹਾਡੇ ਘਰ ਆਉਂਦੇ ਆ, ਉਹਨਾਂ ਤੋਂ ਜਿਹੜਾ ਕੁਝ ਲੈਂਦੇ ਹੋ ਤੇ ਉਹ ਸਾਨੂੰ ਵਿੱਚੋਂ ਹੱਕ ਸਾਡਾ ਬਣਦਾ ਦਿਓ ਜੀ। ਸੁਨ ਸ਼੍ਰੀ ਅਮਰ ਕਹਿਓ। ਤੂੰ ਕਰਦਾ ਹੈ ਬੜਾ ਭਾਰੀ ਢੇਰੀ ਲੈਣ ਦਾ। ਗੁਰ ਕੇ ਸਦਨ ਮਿਲੇਗੀ ਦੇਗ। ਤੇ ਗੁਰੂ ਕੇ ਘਰੋਂ ਨਹੀਂ ਮਿਲਣਾ, ਇੱਥੋਂ ਤੱਕ ਕੱਲੀ ਦੇਗ ਮਿਲ ਜਾਵੇਗੀ। ਲੰਗਰ ਜ਼ਰੂਰ ਹੈ, ਕਦੇ ਹੋ ਕੱਲਾ ਲੰਗਰ ਮਿਲੇਗਾ, ਪ੍ਰਸ਼ਾਦਾ ਨਹੀਂ, ਧਨ ਨਹੀਂ ਤੈਨੂੰ ਅਸੀਂ ਦੇ ਸਕਦੇ ਹਾਂ। ਅਵਰ ਲੋਭ ਤਿਆਗਾ ਤੁਮ ਬੇਗ। ਇਸ ਕਰਕੇ ਇਹ ਗੋਂਦੇ ਦੇ ਪੁੱਤਰ, ਹੋਰ ਜਿੰਨਾ ਤੇਰੇ ਮਨ ਵਿੱਚ ਧਨ ਦਾ ਲੋਭ ਹੈ, ਭਲੀ ਤੇਰੀ ਇਸੇ ਵਿੱਚ ਹੈ ਵੀ ਉਹ ਸਾਰਾ ਲਾਲਚ ਛੇਤੀ ਛੱਡ ਦੇਣਾ ਕਰ। ਕਾਹੇ ਤ੍ਰਿਸ਼ਨਾ ਅਧਿਕ
ਕਰਤ ਹੋ। ਆ ਕਿਉਂ ਧਨ ਦੀ ਤ੍ਰਿਸ਼ਨਾ ਜਿਹੜੀ ਮਾਇਆ ਦੀ ਬਹੁਤੀ ਮਨ ਵਿੱਚ ਕਰਦਾ ਹੈ। ਹਾਂ ਦਿਓ ਮਹਾਰਾਜ ਲੈ ਲਵਾਂਗੇ, ਜੇ ਸਾਡਾ ਹੋਇਆ ਅਸੀਂ ਮੈਂ ਚੌਧਰੀ ਹਾਂ ਤੇ ਸਾਰਾ ਇਲਾਕਾ ਮੇਰੇ ਨਾਲ ਹੈ। ਹੁਣ ਮੈਂ ਦਿੱਲੀ ਜਾਵਾਂਗਾ ਦਰਬਾਰ ਵਿੱਚ ਕਰ ਫਰਿਆਦ ਤੁਮ ਤੇ ਧਨ ਪਾਵਹਿ। ਤੇ ਉਥੇ ਤੁਹਾਡੇ ਤੇ ਦਰਖਾਸੀ ਹੋਵਾਂਗਾ ਤੇ ਕੋਈ ਨਾ ਮੈਂ ਜ਼ੋਰ ਜਬਰੀ ਫਿਰ ਤੁਹਾਤੋਂ ਧਨ ਲੈ ਲਵਾਂਗਾ। ਸਤਿਗੁਰ ਕਹਿਓ ਖੁਸ਼ੀ ਸੋ ਕਰੋ। ਮਹਾਰਾਜ ਕਹਿੰਦੇ ਕੋਈ ਨਾ ਗੋਂਦੇ ਦੇ ਪੁੱਤਰ ਜੋ ਮਤਾ ਪਕਾਇਆ ਇਹਨਾਂ ਸਾਰਿਆਂ ਨੇ ਵੀ ਆਪੇ ਉਹ ਕਰ ਦੇਣ, ਦਿੱਲੀ ਮਹਾਰਾਜ ਤੇ ਦਰਖਾਸਤ ਦਈਏ, ਦਰਬਾਰ ਚ ਪੇਸ਼ ਹੋ ਜਾਈਏ ਅਕਬਰ ਪਾਸ। ਇਸ ਤਰ੍ਹਾਂ ਫਿਰ ਇਹ ਕਲੰਕ ਖੱਟਣ ਵਾਸਤੇ ਮਹਾਰਾਜ ਤੇ ਵਧੀਕੀ ਕਰਕੇ ਗੁਰੂ ਘਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਨਾਲ ਅੜਦੇ ਹੋਏ ਇਹ ਗੋਂਦੇ ਦਾ ਪਰਿਵਾਰ ਜਿਹੜਾ ਉਹ ਦਿੱਲੀ ਜਾ ਫਰਿਆਦੀ ਹੋਇਆ ਹੈ।